लख लख बार तेरे चरण कमल चुमा लख लख बार तेरे कोट पर नाम गुरु नानक प्यारा कोट पर नाम गुरु नानक प्यारा कोट पर नाम काजी सिद्धानू लगाया सिद्धेरा उत्ते आदे काजी सिद्धानू लगाया सिद्धेरा उत्ते आदे काजी सिद्धानू लगाया सिद्धेरा उत्ते मीठे मिठे कीते कौटा राक्षस सुधारा मीठे मिठे कीते कौटा राक्षस सुधारा मीठे मिठे कीते चोरा चित जित लिते सजन बनाए ठग हार दे गए राह दसिया काजिया पंडितां नूं ते भागो जिहां दे पाप चितार दे गए सा सुहागण ते हम जा गौस वर्गे पीर नजर दे नाल सुधार दे गए बहुता आखना की बलवीर सिंगा बहुता आखना की बलवीर सिंगा सतगुर जग दे काज सवार दे गए जित लिते सजन बनाए ठग तब दा कड़ा कौडे राक्षस दा ठवारिया तब दा
ਕੜਾ ਕੌਡੇ ਰਾਖਸ਼ ਦਾ ਠਾਰਿਆ ਹੋ ਤਪਦਾ ਕੜਾ ਲੱਖਾਂ ਹੀ ਆਕਾਸ਼ਾਂ ਤੇ ਪਤਾਲਾਂ ਵਿੱਚ ਰਾਹੀ ਬਣ ਲੱਖਾਂ ਹੀ ਆਕਾਸ਼ਾਂ ਤੇ ਪਤਾਲਾਂ ਵਿੱਚ ਰਾਹੀ ਬਣ ਉਹ ਲੱਖਾਂ ਹੀ ਆਕਾਸ਼ਾਂ ਤੇ ਪਤਾਲਾਂ ਵਿੱਚ ਰਾਹੀ ਬਣ ਲੱਖਾਂ ਹੀ ਆਕਾਸ਼ਾਂ ਤੇ ਪਤਾਲਾਂ ਵਿੱਚ ਰਾਹੀ ਬਣ ਉਹ ਜਗਤ ਜਲੰਦਾ ਨੰਗੇ ਪੈਰੀ ਚੱਲਦਾ ਰਿਆ ਜਗਤ ਜਲੰਦਾ ਨੰਗੇ ਪੈਰੀ ਚੱਲਦਾ ਰਿਆ ਜਗਤ ਜਲੰਦਾ ਤੂੰ मेरो मेर पर्वत है स्वामी ओट गही मैं तेरी ना तुम डोलो ते ना हम गिरते रख लीनी हर मेरी गुरु साहब दे चरनां दे विच झुकाओ सीस तुहाडी हाजरी साडी हाजरी सब दी हाजरी लग जावे गज के बुलाओ फतेह आखो वाहिगुरु जी का खालसा वाहिगुरु जी की फतेह 17ਵੀਂ ਬਰਸੀ ਦੇ ਸੰਬੰਧ ਦੇ ਵਿੱਚ ਤੁਸੀਂ ਇਕੱਤਰ ਹੋਏ ਹੋ ਭਾਗਾਂ ਵਾਲੇ ਪ੍ਰਾਣੀ ਜਿਤਨੇ ਕ ਬੈਠੇ ਹੋ ਕਈ ਵਾਰੀ ਕੀ ਹੁੰਦਾ ਹੈ ਹਾਲ ਭਰਿਆ ਹੁੰਦਾ ਹੈ ਸੁਣਨ ਵਾਲੇ ਘੱਟ ਹੁੰਦੇ ਨੇ ਬਹੁਤੇ ਮੋਬਾਈਲ ਹੀ ਚਲਾਈ ਜਾਂਦੇ ਨੇ ਹਾਲਾਂ ਦੇ ਵਿੱਚ ਬੈਠੇ ਹੁਣ ਭਾਵੇਂ ਥੋੜੇ ਹੁਣ ਸੁਣਨ ਵਾਲੇ ਗੁਣਾਂ ਦੀ ਕਦਰ ਕਰਨ ਵਾਲੇ ਇੱਕ ਸਮਾਂ ਸੀ ਕਹਿੰਦੇ ਜਿਹੜਾ ਗੁਣ ਹੈ ਇਹ ਆਪਦਾ ਗੁਣ ਕੋਈ ਦੂਸਰੇ ਨੂੰ ਨਹੀਂ ਦਿੰਦਾ ਜੇ ਕੋਈ ਦਿੰਦਾ ਵੀ ਹੈ ਤਾਂ ਉਹਦੇ 'ਚ ਕੁਝ ਖੋਟ ਰੱਖ ਲੈਂਦਾ ਹੈ ਔਰ ਜੇ ਕਿਸੇ ਕੋਲੋਂ ਗੁਣ ਲੈਣਾ ਹੋਵੇ ਤਾਂ ਉਹਦੀ ਸੇਵਾ ਬੜੀ ਕਰਨੀ ਪੈਂਦੀ ਹੈ ਜਦੋਂ ਵੀ ਕੋਈ ਗੁਣ ਸਿੱਖਣ ਜਾਂਦਾ ਹੈ ਤਾਂ ਉਹ ਤੋਂ ਬਹੁਤ ਕਾਰ ਕਰਾਈ ਜਾਂਦੀ ਹੈ ਬਹੁਤ ਕੁਝ ਕਰਾਇਆ ਜਾਂਦਾ ਹੈ ਹੁਣ ਮਹਾਰਾਜ ਤਾਂ ਕਹਿੰਦੇ ਨੇ ਕਿ ਕਿਰਤ ਕਰੋ ਨਾਮ ਜਪੋ ਵੰਡ ਛਕੋ ਹੁਣ ਜਿਹੜਾ ਵੰਡ ਛਕੋ ਦਾ ਸਿਧਾਂਤ ਹੈ ਕੀ ਪ੍ਰਸ਼ਾਦਾ ਵੰਡ ਕੇ ਛਕ ਲਿਆ ਲੰਗਰ ਪਾਣੀ ਵੰਡ ਕੇ ਛਕ ਲਿਆ ਨਹੀਂ ਨਹੀਂ ਤੁਹਾਡੇ ਕੋਲ ਬੜੀਆਂ ਵਸਤਾਂ ਤੁਸੀਂ ਧਨ ਵੰਡ ਸਕਦੇ ਹੋ ਔਰ ਹੁਣ ਆਫਤਾਂ ਆਈਆਂ ਹੋਈਆਂ ਨੇ ਤੁਸੀਂ ਕੀ ਕੁਝ ਨਹੀਂ ਵੰਡ ਸਕਦੇ ਅਨਾਜ ਵੰਡ ਸਕਦੇ ਹੋ ਤੁਸੀਂ ਕੱਪੜਾ ਵੰਡ ਸਕਦੇ ਹੋ ਕਾਰਨ ਕੀ ਹੈ ਤੁਹਾਡੇ ਕੋਲ ਬਹੁਤਾਤ ਹੈ ਕਿਸੇ ਵਸਤੂ ਦੀ ਇੱਕ ਕੋਲ ਹੈ ਨਹੀਂ ਔਰ ਫਿਰ ਤੁਸੀਂ ਦੂਸਰੇ ਨੂੰ ਉਹ ਵਸਤੂ ਦੇ ਸਕਦੇ ਹੋ ਇਹਨੂੰ ਕਹਿੰਦੇ ਨੇ ਵੰਡ ਕੇ ਛਕਣਾ ਹੁਣ ਜੇ ਗੁਣ ਵੰਡਣਾ ਹੋਵੇ ਕਿੱਡੀ ਬੜੀ ਵੱਡੀ ਗੱਲ ਹੈ ਹੁਣ ਕੋਈ ਸਮਾਂ ਸੀ ਜਦੋਂ ਵੱਡੇ ਮਹਾਪੁਰਸ਼ਾਂ ਨੇ ਆਹ ਬੂਟਾ ਲਾਇਆ ਔਰ ਕਹਿੰਦੇ ਜਿੱਥੇ ਗੁਣ ਵੰਡਿਆ ਖੁੱਲੇ ਹੀ ਭੰਡਾਰੇ ਵੰਡ ਦਿੱਤੇ ਗੁਰੂ ਨਾਨਕ ਪਾਤਸ਼ਾਹ ਜਦ 13 ਦੇ ਹਿੰਸੇ ਤੇ ਜਾਂਦੇ ਸੀ ਤੋਲਾ ਹੀ ਉਲਟਾ ਦਿੰਦੇ ਸੀ ਖੁੱਲੇ ਹੀ ਭੰਡਾਰੇ ਚਲਾ ਦਿੱਤੇ ਗੁਣ ਵੰਡਿਆ ਵੀ ਔਰ ਗੁਣ ਦੀ ਕਦਰ ਕਿੰਨੀ ਕੀਤੀ ਗੁਣ ਦੀ ਕੀਮਤ ਪਾਈ ਗਾਹਕ ਵੀ ਵਿਰਲੇ ਕਿਉਂਕਿ ਹੁਣ ਤੁਸੀਂ ਢਾਡੀਆਂ ਨੂੰ ਸਰਵਣ ਕਰਨ ਦੇ ਲਈ ਬੈਠੇ ਹੋ ਕੀਰਤਨ ਦਰਬਾਰ ਚੱਲਦਾ ਹੈ ਕਵੀ ਦਰਬਾਰ ਚੱਲਦਾ ਹੈ ਢਾਡੀ ਦਰਬਾਰ ਚੱਲਦਾ ਹੈ ਕਥਾ ਹੁੰਦੀ ਹੈ ਹੁਣ ਗੁਣ ਦੀ ਕਦਰ ਉਹੀ ਜਾਣ ਸਕਦਾ ਜਿਹਨੂੰ ਗੁਣ ਬਾਰੇ ਪਤਾ ਹੈ ਹੁਣ ਲਾਲ ਵੀ ਕੱਚ ਦਾ ਤੇ ਮਣਕਾ ਵੀ ਕੱਚ ਦਾ ਦੋਨਾਂ ਵਿੱਚ ਫਰਕ ਤਾਂ ਜੋਰੀਓ ਦੱਸਦਾ ਹੈ ਹੁਣ ਜਿੱਥੇ ਗੁਣ ਵੰਡਣਾ ਸੀ ਤਾਂ ਜਿਹੜੇ ਗੁਣਵਾਨ ਸੀ ਉਹਨਾਂ ਨੂੰ ਦੂਰ ਦਰੇਡੇ ਤੋਂ ਲੱਭ ਕੇ ਲਿਆਂਦਾ ਇਹ ਸੰਸਥਾ ਦੇ ਵਿੱਚ ਇਹ ਟਕਸਾਲ ਦੇ ਵਿੱਚ ਇਹ ਅਕੈਡਮੀ ਦੇ ਵਿੱਚ ਔਰ ਗੁਣ ਦਾ ਉਹ ਭੰਡਾਰਾ ਵੰਡਦੇ ਗਏ ਅੱਜ ਆਪਾਂ ਉਹਨਾਂ ਨੂੰ ਯਾਦ ਕਰਦੇ ਆਂ ਧੰਨ ਧੰਨ ਬਾਬਾ ਸੁੱਚਾ ਸਿੰਘ ਜੀ ਧੰਨ ਧੰਨ ਬਾਬਾ ਅਮੀਰ ਸਿੰਘ ਜੀ
ਕਹਿੰਦੇ ਜਿਹੜੇ ਵਾਰਸ ਹੁੰਦੇ ਨੇ, ਇੱਕ ਬਾਪੂ ਦੇ ਵਾਰਸ ਉਹ ਹੁੰਦੇ ਨੇ ਕਿ ਵਿਰਸੇ 'ਚ ਮਿਲਿਆ 100 ਕਿੱਲਾ ਸਭ ਸ਼ਕਤਾ ਖਤਮ ਕਰ ਦਿੱਤਾ, ਆਪ ਦਿਹਾੜੀ ਜਾਂਦੇ ਨੇ ਤਸਲਾ ਚੱਕੀ। ਇੱਕ ਵਾਰਸ ਉਹ ਨੇ ਵਿਰਸੇ 'ਚ ਕੁਝ ਪੂੰਜੀ ਮਿਲੀ ਔਰ ਬਾਪੂ ਦਾ ਨਾਂ ਚਮਕਾ ਦਿੱਤਾ ਦੁਨੀਆ ਉੱਤੇ। ਅੱਜ ਉਹ ਕੰਮ ਕੀਤਾ ਸੰਤ ਬਾਬਾ ਅਮੀਰ ਸਿੰਘ ਜੀ ਨੇ। ਵਿਰਸੇ 'ਚ ਜੋ ਕੁਝ ਮਿਲਿਆ ਉਹਦੇ 'ਚ ਕਿਤਨਾ ਵਾਧਾ ਕੀਤਾ। ਜਿਸ ਹਾਲ ਦੇ ਥੱਲੇ ਤੁਸੀਂ ਬੈਠੇ ਦੀਵਾਨ ਦਾ ਆਨੰਦ ਮਾਣ ਰਹੇ ਹੋ, ਔਰ ਜਿਤਨੀਆਂ ਵੀ ਗੁਰਸਿੱਖ ਸੰਗਤਾਂ ਆਉਂਦੀਆਂ ਨੇ, ਇਹ ਵੱਡੇ ਮਹਾਪੁਰਸ਼ਾਂ ਦੇ ਲਾਏ ਹੋਏ ਬੂਟੇ ਨੂੰ ਸਿੰਜ ਸਿੰਜ ਕੇ ਪਾ ਕੇ ਪਾਣੀ ਇਤਨਾ ਫਲਾਰਾ ਕਰ ਦਿੱਤਾ। ਜਦ ਕੈਨੇਡਾ ਦੀ ਧਰਤੀ ਤੇ ਹਰਜੀਤ ਸਿੰਘ ਨੂੰ ਪੁੱਛਿਆ ਕੀਰਤਨ ਕਿੱਥੋਂ ਸਿੱਖਿਆ, ਉਹ ਕਹਿੰਦਾ ਜਵੱਦੀ ਟਕਸਾਲ ਤੋਂ। ਔਰ ਉਹਦਾ ਨਾਂ ਹੀ ਹਰਜੀਤ ਸਿੰਘ ਜਵੱਦੀ ਵਾਲਾ ਸੀ, ਭਾਵੇਂ ਅੰਮ੍ਰਿਤਸਰ ਦੀ ਧਰਤੀ ਤਾਂ ਸੀ। ਔਰ ਜਦ ਗੁਰਵਿੰਦਰ ਸਿੰਘ ਕਥਾਵਾਚਕ ਨਾਲ ਭੇਂਟ ਹੋਈ, ਉਹਨੂੰ ਪੁੱਛਿਆ ਕਿੱਥੋਂ ਸਿੱਖਿਆ, ਜਵੱਦੀ ਟਕਸਾਲ ਤੋਂ, ਭਾਵੇਂ ਕਿ ਉਹ ਸਿਹਾਲੀ ਦਾ ਸੀ। ਫਿਰ ਮੈਂ ਸੋਚਿਆ ਧੰਨ ਮਹਾਪੁਰਸ਼ੋ, ਗੁਣ ਕਿਸੇ ਨੇ ਸਰੰਗੀ ਦਾ, ਤਬਲੇ ਦਾ, ਢੱਡ ਦਾ, ਹਾਰਮੋਨੀਅਮ ਦਾ ਕਿਸੇ ਤੋਂ ਲੈਣਾ ਹੋਵੇ, ਉਹਦੇ ਗੋਡੇ ਜਾ ਕੇ ਘੁੱਟਣੇ ਪੈਂਦੇ ਨੇ। ਖੁੱਲੇ ਹੀ ਭੰਡਾਰੇ ਵਰਤਾ ਦਿੱਤੇ, ਖੁੱਲੇ ਹੀ ਭੰਡਾਰੇ। ਔਰ ਇਹ ਦੌਰ ਦੇ ਵਿੱਚ ਜਿੱਥੇ ਸੰਗੀਤ ਤੁਹਾਡੇ ਕੰਨਾਂ ਨੂੰ ਖਾ ਰਿਹਾ ਵੱਡ ਵੱਡ ਕੇ, ਔਰ ਸੰਗੀਤ ਦੇ ਵਿੱਚ ਰਲੇਵਾਂ ਕਿੰਨਾ ਹੋ ਗਿਆ। ਜਿਹੜੀ ਅਖਬਾਰ ਤੇ ਫੋਟੋ ਛਾਪੀ ਹੁੰਦੀ ਹੈ ਉਹ ਨੱਚਦੇ ਬੰਦੇ ਦੀ ਜਾਂ ਸੰਗੀਤ ਵਜਾਉਂਦੇ ਦੀ, ਉਹਦੀ ਕਿਹੋ ਜੀ ਸ਼ਕਲ ਪੇਸ਼ ਕਰਦਾ ਕਾਰਟੂਨ ਵਾਲਾ। ਰੋਜ਼ ਵੱਡੇ ਵੱਡੇ ਫਲਾਸਫਰ ਲੇਖਕ ਇਹ ਗੱਲਾਂ ਲਿਖਦੇ ਨੇ ਕਿ ਸੰਗੀਤ ਕਿੱਧਰ ਨੂੰ ਤੁਰਿਆ ਜਾ ਰਿਹਾ ਹੈ। ਸੰਗੀਤ ਤੁਹਾਡੇ ਰੂਹ ਦੀ ਖੁਰਾਕ ਹੈ। ਛੋਟਾ ਜਿਹਾ ਬੱਚਾ ਜਦ ਰੋਂਦਾ ਹੈ, ਤੁਸੀਂ ਉਹਦੇ ਕੰਨ ਦੇ ਵਿੱਚ ਇੱਕ ਨਾਦ ਵਜਾਓ, ਇੱਕ ਧੁਨ ਵਜਾਓ, ਕੁਝ ਸੰਗੀਤ ਵਜਾਓ, ਉਹ ਰੋਣੋਂ ਚੁੱਪ ਕਰ ਜਾਂਦਾ ਹੈ। ਤੁਹਾਡੇ ਮੂੰਹ ਵਿੱਚ ਪਾਏ ਹੋਏ ਉਸ ਬਾਜੇ ਵੱਲ ਵੇਖਦਾ ਹੈ, ਔਰ ਉਹਦੀ ਰੂਹ ਨੂੰ ਕੁਝ ਸਕੂਨ ਮਿਲਦਾ ਹੈ, ਆਨੰਦ ਮਿਲਦਾ ਹੈ। ਇਹ ਤਾਂ ਆਨੰਦ ਲੈਣ ਲਈ ਸੀ। ਹੁਣ ਜਦੋਂ ਕ੍ਰਿਸ਼ਨ ਭਗਵਾਨ ਜੀ ਬਾਂਸਰੀ ਵਜਾਉਂਦੇ, ਹਲੇ ਬਾਂਸਰੀ ਉੱਤੇ ਫੂਕੇ ਮਾਰਦੇ ਨੇ, ਤਾਂ ਬਿੰਦਰਾ ਬਾਂਦੀਆਂ ਕੀ ਗਊਆਂ ਕੀ ਬਿਰਸ਼, ਔਰ ਸਾਰਾ ਹੀ ਬਿਸਮਾਦ ਦੇ ਵਿੱਚ ਆ ਜਾਂਦਾ ਹੈ। ਔਰ ਜਿਹੜੇ ਸੰਗੀਤ ਦੇ ਨਾਲ ਜੁੜੇ ਹੋਏ, ਔਰ ਧੰਨ ਧੰਨ ਮੈਂ ਕਹੂੰਗਾ ਇਹ ਸੰਸਥਾ। ਆਓ, ਸਮਾਂ ਪਲ ਪਲ ਕਰਕੇ ਬੀਤਦਾ ਜਾ ਰਿਹਾ, 50 ਮਿੰਟ ਮਿਲੇ ਨੇ। ਮੇਰੇ ਤੋਂ ਪਹਿਲਾਂ ਬਾਪੂ ਬਲਦੇਵ ਸਿੰਘ ਜੀ ਐਮਏ, ਜੋ ਕਿ ਮੀਰੀ ਪੀਰੀ ਸ਼੍ਰੋਮਣੀ ਢਾਡੀ ਸਭਾ ਦੇ ਪ੍ਰਧਾਨ ਵੀ ਨੇ, ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਨੇ, ਔਰ ਢਾਡੀਆਂ ਦੇ ਵਿੱਚੋਂ ਇੱਕ ਸਿਰਮੌਰ ਹਸਤੀ ਹੈ। ਔਰ ਉਹਨਾਂ ਕੁਝ ਪੰਜਾਬ ਦੀਆਂ ਦੁੱਖ ਦੀਆਂ ਰਗਾਂ ਉੱਤੇ ਹੱਥ ਰੱਖੇ, ਕੁਝ ਬੀਬੀਆਂ ਨੂੰ ਸੰਬੋਧਨ ਕੀਤਾ। ਪਰ ਮੈਂ ਸੋਚਿਆ ਕੌਮ ਪਿਛਲਖੋਰੀ ਤੁਰਦੀ ਜਾ ਰਹੀ ਹੈ, ਪਿਛਲਖੋਰੀ ਤੁਰਦੀ ਜਾ ਰਹੀ ਹੈ। ਹੁਣ ਪਿਛਲਖੋਰੀ ਤੁਰਦੇ ਜਾਂਦੇ ਆ, ਪਿੱਛੇ ਇੱਕ ਡੂੰਘਾ ਖੱਡਾ ਹੈ। ਜੇਕਰ ਧੜਮ ਕਰਕੇ ਡਿੱਗ ਪਵੇ ਤਾਂ ਉੱਠ ਕੇ ਖੜੇ ਹੋਣਾ, ਆਪਣੇ ਪੈਰਾਂ ਤੇ ਖੜੇ ਹੋਣਾ ਮੁਸ਼ਕਲ ਹੋ ਜਾਊਗਾ। ਇਹੋ ਜਿਹਾ ਨਾਜ਼ੁਕ ਸਮਾਂ ਬੀਤ ਰਿਹਾ ਹੈ। ਹੁਣ ਇਹੋ ਜਿਹੇ ਨਾਜ਼ੁਕ ਦੌਰ ਦੇ ਵਿੱਚ ਬਹੁਤ ਸਾਰੇ ਤੁਹਾਡੇ ਨਾਲ ਗੱਲਾਂ ਕਰਨਗੇ ਕਿ ਬੱਚਿਆਂ ਨੂੰ ਕੁਝ ਸਿਖਾਉਣਾ ਚਾਹੀਦਾ ਹੈ। ਹੁਣ ਬੱਚਿਆਂ ਨੂੰ ਅਸੀਂ ਥੋੜ੍ਹਾ ਸਿਖਾ ਸਕਦੇ ਹਾਂ, 24 ਘੰਟੇ ਜਿਹੜਾ ਨਾਲ ਰਹਿੰਦਾ ਉਹ ਸਿਖਾ ਸਕਦਾ ਹੈ। ਅਸੀਂ ਦੱਸ ਕੇ ਚਲੇ ਜਾਵਾਂਗੇ। ਬੱਚਿਆਂ ਨੂੰ ਸਿਖਾਉਣਾ ਚਾਹੀਦਾ, ਗੱਲ ਵਧੀਆ ਹੈ। ਪਰ ਬੱਚਾ ਕੋਈ ਮੋਬਾਈਲ ਦਾ ਖਹਿੜਾ ਛੱਡੇ ਤਾਂ ਨਾ, LCD ਦੇ ਮੂਹਰੋਂ ਉੱਠੇ ਤਾਂ ਨਾ। ਰੋਟੀ ਲੈ ਕੇ ਮਾਂ-ਬਾਪ ਖੜਾ ਰਹੂਗਾ, ਉਹ ਹੱਥ ਮਾਰੂਗਾ ਵੀ ਖੜ ਜਾ ਹਲੇ 2 ਮਿੰਟ, 2 ਮਿੰਟ ਹੋਰ ਬਸ ਰੋਟੀ ਠੰਡੀ ਹੋ ਜੂਗੀ, ਉਹਦਾ ਖਹਿੜਾ ਨਹੀਂ ਛੱਡਦਾ। ਇਹ ਤੁਹਾਡੀ ਇਕੱਲਿਆਂ ਦੀ ਗੱਲ ਨਹੀਂ, ਭਾਵੇਂ ਕਿ ਗੈਰ ਸਿੱਖ ਕਿਉਂ ਨਾ ਹੋਵੇ, ਧਰਮ ਦਾ ਹੀ ਹਾਲ ਕੁਝ ਇਹੋ ਜਿਹਾ ਹੋ ਗਿਆ। ਇਕੱਲੇ ਸਿੱਖ ਧਰਮ ਦਾ ਨਹੀਂ, ਧਰਮ ਦੇ ਨਾਲ ਕੋਈ ਵੀ ਜੁੜਿਆ ਹੈ। ਜੇਕਰ ਧਰਮ ਦਾ ਇਹ ਹਾਲ ਹੈ, ਦੁਨੀਆ ਧਰਮ ਨਾਲ ਟੁੱਟਦੀ ਜਾਂਦੀ ਹੈ, ਫਿਰ ਹੋ ਕੀ ਰਿਹਾ? ਵੇਖਿਆ ਹੜ੍ਹ ਦਾ ਪਾਣੀ ਦਬਦਾ ਜਾ ਰਿਹਾ ਹੈ, ਬਰਲਾਪ ਕਰ ਰਹੀ ਹੈ ਦੁਨੀਆ, ਔਰ ਕੁਦਰਤ ਆਪਣੀ ਚਾਲੇ ਚਲੀ ਜਾ ਰਹੀ ਹੈ, ਮਨੁੱਖ ਆਪਣੀ ਚਾਲੇ ਚਲਿਆ ਜਾ ਰਿਹਾ ਹੈ। ਗੱਡੀਆਂ ਦੀ ਸਪੀਡ ਵੱਧ ਗਈ ਹੈ, ਨੈਟ ਦੀ ਸਪੀਡ ਵੱਧ ਗਈ ਹੈ, ਫਿਰ ਤੁਹਾਡੇ ਚੱਲਣ ਦੀ ਸਪੀਡ ਵੀ ਵੱਧਦੀ ਜਾਊਗੀ। ਉਹ ਮਹਾਰਾਜ ਨੇ ਵੀ ਇੱਕ ਐਕਸੀਲੇਟਰ ਦੱਬ ਦਿੱਤਾ ਆਪਦਾ ਹੈ। ਹੁਣ ਜਿਉਂ-ਜਿਉਂ ਸਮਾਂ ਖਤਰਨਾਕ ਆਉਂਦਾ ਜਾਊਗਾ, ਉਹਨੇ ਆਪਣੀ ਸਪੀਡ ਵੀ ਤੇਜ਼ ਕਰ ਦੇਣੀ ਹੈ।
50 ਸਾਲ ਤੋਂ ਬਾਅਦ ਮੁਸ਼ਕਲ ਹੈ। ਜੇ ਬਿਮਾਰੀਆਂ ਨਾ ਕੇ ਘੇਰਾ ਪਾ ਲੈਣ ਤਾਂ ਬਸ ਕੋਈ ਬਿਰਲਾ ਹੀ ਹੋਊਗਾ। ਸੋ ਆਓ ਵਿਸ਼ਾ ਆਪਣਾ ਇਹ ਨਹੀਂ। ਅੱਜ ਆਪਾਂ ਇਸ ਸੰਸਥਾ ਦੇ ਵਿੱਚ ਇਕੱਤਰ ਹੋਇਆ ਪੂਰੇ ਵਿਸ਼ਵ ਦੇ ਵਿੱਚ 550 ਸਾਲਾ ਗੁਰੂ ਨਾਨਕ ਪਾਤਸ਼ਾਹ ਦਾ ਪੁਰਬ ਮਨਾ ਰਹੇ। ਬਾਹਰਲੀ ਦੁਨੀਆ ਦੇ ਵਿੱਚ ਵੀ, ਨਗਰ ਨਗਰ ਦੇ ਵਿੱਚ ਵੀ। ਔਰ ਗੁਰੂ ਨਾਨਕ ਪਾਤਸ਼ਾਹ ਨੇ ਇੱਕ ਸੱਚ ਦੀ ਸ਼ਮਾ ਜਗਾ ਦਿੱਤੀ, 9 ਖੰਡ ਪ੍ਰਿਥਵੀ ਤੇ ਚਾਨਣਾ ਕਰਨ ਦੇ ਲਈ। ਔਰ ਜਦੋਂ ਤੁਸੀਂ ਦੀਵਾ ਲੈ ਕੇ ਇੱਧਰੋਂ, ਸੁਭਾਵਿਕ ਗੱਲ ਹੈ ਕਿਤੇ ਹਵਾ ਦਾ ਬੁੱਲਾ ਆ ਜਾਵੇ, ਤੁਹਾਡੇ ਦੀਵੇ ਨੂੰ ਬੁਝਾਉਣ ਦੀ ਕੋਸ਼ਿਸ਼ ਕਰੂਗਾ। ਫਿਰ ਤੁਸੀਂ ਉਹਦੇ ਅੱਗੇ ਹੱਥ ਕਰ ਲੈਂਗੇ ਹੋ, ਉਹਦੀ ਹਿਫਾਜ਼ਤ ਕਰਨ ਦੀ ਸੋਚੇਂਗੇ ਹੋ। ਜਦ ਗੁਰੂ ਨਾਨਕ ਪਾਤਸ਼ਾਹ ਨੇ ਸੱਚ ਦੀ ਸ਼ਮਾ ਜਗਾ ਦਿੱਤੀ ਤਾਂ ਕੁਝ ਬਾਵਰੋਲੇ ਉੱਠੇ ਨੇ, ਕੁਝ ਹਨੇਰੀਆਂ ਉੱਠੀਆਂ ਨੇ। ਇਹ ਸ਼ਮਾ ਦਾ ਚਾਨਣ ਨਾ ਹੋ ਜਾਵੇ। ਸਮੇਂ ਸਮੇਂ ਉੱਤੇ ਫਿਰ ਟੱਕਰਾ ਹੁੰਦਾ ਰਿਹਾ, ਅੱਜ ਤੱਕ ਹੁੰਦਾ ਆ ਰਿਹਾ। ਹੁਣ ਇੱਕ ਬਾਵਰੋਲਾ ਨਹੀਂ, ਹੁਣ ਤਾਂ ਅਨੇਕਾਂ ਹੀ ਨੇ। ਹੁਣ ਤੁਹਾਡੀ ਸ਼ਮਾ ਜਗੇ ਨਾ ਜਗੇ, ਕਿਉਂਕਿ ਖਤਰੇ ਦੇ ਵਿੱਚ ਹੈ। ਔਰ ਸਾਂਭਣ ਵਾਲੇ ਵੀ ਤੁਸੀਂ ਹੋ, ਔਰ ਤੁਸੀਂ ਲੜਖੜਾ ਗਏ ਹੋ। ਹੁਣ ਖਤਰਾ ਇਹ ਹੈ, ਸਣੇ ਮਿਸਾਲ ਮੂੰਹ ਦੇ ਮੂੰਹ ਡਿੱਗ ਨਾ ਪਈਏ। ਹੁਣ ਗੁਰੂ ਨਾਨਕ ਪਾਤਸ਼ਾਹ ਨੇ ਜਦੋਂ ਸੱਚ ਦੀ ਜੋਤ ਜਗਾ ਦਿੱਤੀ ਹੈ, ਉਸ ਸਮੇਂ ਉਜ਼ਬੇਕਿਸਤਾਨ ਦੀ ਫਰਗਾਨਾਬਾਦੀ ਤੋਂ ਇੱਕ ਬਾਵਰੋਲਾ ਉੱਠਿਆ, ਜਿਹਦਾ ਨਾਮ ਹੈ ਬਾਬਰ। ਤੈਮੂਰ ਦੇ ਖਾਨਦਾਨ ਦੇ ਵਿੱਚੋਂ 6ਵੀਂ ਔਲਾਦ ਹੈ। ਔਰ ਕੀ ਕੀਤਾ ਨੇ ਕਾਬਲ ਜਿੱਤਣ ਤੋਂ ਬਾਅਦ? ਹਿੰਦੁਸਤਾਨ ਵੱਲ ਆਪਣਾ ਰੁਖ ਕੀਤਾ। ਜਦ ਹਿੰਦੁਸਤਾਨ ਵੱਲ ਆਪਣਾ ਰੁਖ ਕੀਤਾ, ਹਿੰਦੁਸਤਾਨ ਦੇ ਆਗੂਆਂ ਨੇ ਕੁਝ ਟੂਣੇ ਟਾਮਣ ਕਰਨੇ ਸ਼ੁਰੂ ਕੀਤੇ, ਕੁਝ ਮੰਤਰ ਪੜਨੇ ਸ਼ੁਰੂ ਕੀਤੇ। ਕਹਿੰਦੇ ਬਾਬਰ ਦੀਆਂ ਫੌਜਾਂ ਅੰਨ੍ਹੀਆਂ ਹੋ ਜਾਣਗੀਆਂ, ਪਰ ਕੋਈ ਮੁਗਲ ਅੰਨਾ ਨਾ ਹੋਇਆ। ਵੇਖਦਿਆਂ ਹੀ ਵੇਖਦਿਆਂ ਬਾਬਰ ਦੇ ਫੌਜੀਆਂ ਨੇ ਮਨਮਾਨੀਆਂ ਕੀਤੀਆਂ। ਬਾਬਰ ਦੀ ਜਿੱਤ ਹੋਈ। ਜਿੱਤ ਹੋਣੀ ਹੀ ਸੁਭਾਵਿਕ ਸੀ। ਔਰ 1519 ਨੂੰ ਬਾਬਰ ਆਇਆ ਭੇਰੇ ਤੱਕ। ਭੇਰੇ ਤੋਂ ਬਾਅਦ ਵਾਪਸ ਮੁੜ ਗਿਆ, ਕਿਉਂਕਿ ਇਹਨੂੰ ਹੋਰ ਫੌਜੀ ਤਾਕਤ ਦੀ ਜ਼ਰੂਰਤ ਸੀ। ਉਸ ਸਮੇਂ ਗੁਰੂ ਨਾਨਕ ਪਾਤਸ਼ਾਹ ਭਾਈ ਲਾਲੋ ਦੇ ਘਰੇ ਬਿਰਾਜਮਾਨ ਨੇ। ਭਾਈ ਲਾਲੋ ਨੂੰ ਕੀ ਆਖਦੇ ਨੇ? ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ। पाप की जंजले काबलों धाया जोरी मंगे दान वे लालो। शर्म धर्म दोए शब खलोए कूड़ फरे प्रधान वे लालो। काजियां ब्राह्मणा की गल थकी अगद पड़े शैतान वे लालो। जात सनाती होर हिंदवानिया कष्ट में करे खदाए वे लालो। खून के सोले गाविया नानक रत का कुंगू पाए वे लालो। सियालकोट ते हमला कर दिता। सियालकोट दे आगुआं ने ईन मन लिया, पर जालम खान वर्गिया ने वेसलेपण दे विच कोई तैयारी ना कीती। पता उदों ही लग्या जद बाबर दे सिपाहियां ने एक जोरदार हल्ला सैदपुरे ते है क्यों कर दिता। बाबर मुगल पठान दावा करदा हिंद हराउण दा।
ਹਰਾਉਣ ਦਾ ਨਾਲੇ ਕਰਦਾ ਏ ਫਰਮਾਨ ਉਹਨੇ ਹੁਕਮ ਸੁਣਾਤਾ ਖੈਰ ਦਾ ਹੁਕਮ ਸੁਣਾਤਾ ਫੌਜ ਨੂੰ ਕਹਿੰਦਾ ਪਾ ਦੇਵੋ ਕਮਸਾਨ ਜੋ ਵੀ ਅੜਿਆ ਮੂਰੇ ਆਣ ਕੇ ਜੋ ਵੀ ਅੜਿਆ ਮੂਰੇ ਆਣ ਕੇ ਹੋ ਜੋ ਵੀ ਅੜਿਆ ਮੂਰੇ ਆਣ ਕੇ ਉਹਨੂੰ ਜਿਉਂਦਾ ਜਿਉ ਨਾ ਜਾਣ ਕਿਹੜਾ ਬਾਬਰ ਦੀ ਫੌਜ ਨੇ ਘੇਰਾ ਬਾਬਰ ਦੀ ਫੌਜ ਨੇ ਕਰਤਾ ਪਲ ਵਿੱਚ ਲਹੂ ਲਹਾਨ ਸਾਰੇ ਸ਼ਹਿਰ ਅਮਨਾਬਾਦ ਦੀ ਸਾਰੇ ਸ਼ਹਿਰ ਅਮਨਾਬਾਦ ਦੀ ਪਾਪੀ ਲੱਗੇ ਲੁੱਟ ਮਚਾਣ ਧੀਆਂ ਭੈਣਾਂ ਦੀ ਪਤ ਲੁੱਟਦੇ ਉਹ ਧੀਆਂ ਭੈਣਾਂ ਦੀ ਪਤ ਲੁੱਟਦੇ ਹੋ ਧੀਆਂ ਭੈਣਾਂ ਦੀ ਪਤ ਲੁੱਟਦੇ ਇੱਜ਼ਤ ਮਿੱਟੀ ਵਿੱਚ ਰਲਾਣ ਚਾਰੇ ਪਾਸੇ ਲਾਸ਼ਾਂ ਵਿਛ ਗਈਆਂ ਚਾਰੇ ਪਾਸੇ ਲਾਸ਼ਾਂ ਵਿਛ ਗਈਆਂ ਗਿਰਦਾ ਨੋਚ ਨੋਚ ਕੇ ਖਾਣ ਉਹ ਗੁਰਦੀਪ ਰਪਾਲੋ ਵਾਲਿਆ ਉਹ ਗੁਰਦੀਪ ਰਪਾਲੋ ਵਾਲਿਆ ਹੋਇਆ ਮਾਨਵਤਾ ਦਾ ਕਾਣ ਹੋਇਆ ਮਾਨਵਤਾ ਦਾ ਕਾਣ थान मुकाम जले बिज मंदिर मुछ मुछ कौर रलाया कोई मुगल ना हुआ अंधा किने ना परचा लाया महाराज कहंदे कोई मुगल अन्ना नहीं होया मुगल पठाना भई लड़ाई दोनां दे विच जंग होया गुरु नानक पातशाह इस हमले दे चश्मदीद गवाह ने उन्होंने एक खूनी मंजर अपने अखीं तकिया है सैदपुरे नूं एमनाबाद भी आख्या जाता है दो नाम ने और पहली बारी गुरु नानक पातशाह भाई लालो को उदों आए ने जदों जालम खान दे अहलकार मलक भागो नूं एक निस्तारा करके दिखाया
ਹੁਣ ਦੂਜੀ ਵਾਰ ਅਰਬ ਦਾ ਚੱਕਰ ਲਾ ਕੇ ਆਏ ਨੇ, ਜਿਹਦੇ ਵਿੱਚ ਮੱਕਾ ਮਦੀਨਾ ਹੋ ਕੇ ਬਗਦਾਦ ਹੋ ਕੇ ਫਿਰ ਵਾਪਸ ਉਸੇ ਲਾਲੋ ਦੇ ਘਰੇ ਮਹਾਰਾਜ ਠਹਿਰੇ ਹੋਏ ਨੇ। ਔਰ ਜਦ ਮਹਾਰਾਜ ਭਾਈ ਲਾਲੋ ਨੂੰ ਸਮਝਾ ਰਹੇ ਨੇ ਕਿ ਜ਼ਾਲਮ ਖਾਨ ਦੇ ਸਿਪਾਹੀਆਂ ਨੇ ਤਾਂ ਕੋਈ ਬੰਦੋਬਸਤ ਨਹੀਂ ਕੀਤਾ, ਔਰ ਇਹ ਟੂਣੇ ਤਵੀਤ ਕਰਦੇ ਰਹੇ, ਜਿਵੇਂ ਭਾਈ ਸਾਹਿਬ ਦੱਸ ਕੇ ਗਏ ਨੇ ਕਿ ਕਿਸੇ 'ਚ ਕੋਈ ਨਹੀਂ ਆਉਂਦਾ। ਇਹ ਟੂਣੇ ਤਵੀਤ ਕਰਦੇ ਰਹੇ ਵੀ ਬਾਬਰ ਦੀਆਂ ਫੌਜਾਂ ਅੰਨੀਆਂ ਹੋ ਜਾਣਗੀਆਂ, ਪਰ ਕਿਸੇ ਸ਼ਹਿਜ਼ਾਦੇ ਨੂੰ ਮੰਗਵੀਂ ਬੇਹੀ ਰੋਟੀ ਦਾ ਟੁੱਕ ਨਾ ਮਿਲਿਆ, ਔਰ ਭੱਜਦਿਆਂ ਨੂੰ ਰਾਹ ਨਾ ਲੱਭਿਆ। ਔਰ ਬਾਬਰ ਦੇ ਸਿਪਾਹੀਆਂ ਨੇ ਚੁਣ ਚੁਣ ਕੇ ਨਿਸ਼ਾਨੇ ਲਾਏ, ਔਰ ਬਾਬਰ ਦੀਆਂ ਤੋਪਾਂ ਨੇ ਬਰੂਦ ਉਗਲਿਆ, ਔਰ ਉਹਦੇ ਮੂਹਰੇ ਕਿਸੇ ਦੀ ਪੇਸ਼ ਨਾ ਕਰੀ। ਫਿਰ ਮਹਾਰਾਜ ਕਹਿੰਦੇ ਜਿਨ ਕੀ ਚੀਰੀ ਦਰਗਾਹ ਪਾਟੀ ਤਿਨਾ ਮਰਨਾ ਪਾਈ। ਹੁਣ ਇਹਨਾਂ ਨਾਲ ਲਿਖਿਆ ਵੀ ਇਕਣੇ ਹੋਇਆ ਸੀ। ਹੁਣ ਉਸ ਸਮੇਂ ਹਿੰਦੁਸਤਾਨ ਦੇ ਵਿੱਚ ਬਾਬਰ ਦਾ ਮੁਕਾਬਲਾ ਕਰਨ ਵਾਲਾ ਕੋਈ ਨਹੀਂ ਸੀ, ਨਾ ਹੀ ਕੋਈ ਅੱਗਿਓਂ ਘੋੜੇ ਦੀ ਲਗਾਮ ਫੜ ਸਕਿਆ, ਨਾ ਹੀ ਕੋਈ ਅੱਗਿਓਂ ਵੰਗਾਰ ਸਕਿਆ। ਉਸ ਸਮੇਂ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਓਏ ਬਾਬਰ, ਕੋਈ ਕਹਿ ਦੂ ਹਿੰਦੁਸਤਾਨ ਦੇ ਬਾਦਸ਼ਾਹ ਨੂੰ, ਐਡੀ ਵੱਡੀ ਸਲਤਨਤ ਦੇ ਮਾਲਕ ਨੂੰ, ਭਾਵੇਂ ਕਿ ਸਦੀਆਂ ਦੇਸ਼ ਗੁਲਾਮ ਰਿਹਾ, ਅਲਾਉਦੀਨ ਖਿਲਜੀ ਦੇ ਦਰਬਾਰ ਵਿੱਚ ਹਿੰਦੂਆਂ ਦੀਆਂ ਖਲੜੀਆਂ ਲਾਈਆਂ ਜਾਂਦੀਆਂ ਰਹੀਆਂ, ਲੱਖ ਲੱਖ ਵਿਅਕਤੀ ਇੱਕ ਹੁਕਮ ਦੇ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ, ਕੋਈ ਬੋਲਦਾ ਨਾ। ਪਹਿਲੀ ਵਾਰ ਆਵਾਜ਼ ਬੁਲੰਦ ਕੀਤੀ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਓਏ ਬਾਬਰ, ਤੂੰ ਬਾਬਰ ਨਹੀਂ, ਤੂੰ ਤੇ ਜਾਬਰ ਹੈ। ਆ ਇਤਨਾ ਅਤਿਆਚਾਰ, ਆ ਇਤਨਾ ਜ਼ੁਲਮ ਕੀਤਾ ਹੈ। ਹੁਣ ਜਿੱਥੇ ਜਿਹੜੇ ਬਚਦੇ ਸੀ ਬਾਬਰ ਨੇ ਬੰਦੀ ਬਣਾਏ, ਨਾਲ ਬਾਬੇ ਨੂੰ ਵੀ ਕੈਦ ਕਰ ਲਿਆ, ਪਰ ਗੁਰੂ ਨੂੰ ਕੋਈ ਕੈਦ ਕਰ ਸਕਦਾ? ਗਵਾਲੀਅਰ ਦੇ ਕਿਲੇ ਦੇ ਵਿੱਚ ਜਹਾਂਗੀਰ ਬਾਦਸ਼ਾਹ ਹਰਗੋਬਿੰਦ ਮਹਾਰਾਜ ਨੂੰ ਕੈਦ ਕਰ ਲੈਂਦਾ, ਪਰ ਜਦ ਹਰਗੋਬਿੰਦ ਮਹਾਰਾਜ ਰਿਹਾ ਹੁੰਦੇ ਨੇ, ਨਾਲ ਜਿਹੜੇ ਬੰਦੀ ਹੁੰਦੇ ਨੇ ਉਹਨਾਂ ਨੂੰ ਵੀ ਲੈ ਆਉਂਦੇ ਨੇ। ਆਪ ਤਾਂ ਕੀ ਬੰਦ ਹੋਣਾ ਸੀ। ਹੁਣ ਬਾਬਰ ਨੇ ਆਖਿਆ, ਕਹਿੰਦਾ ਜਿੱਥੇ ਹੋਰ ਕੈਦੀ ਫੜੇ ਨੇ, ਔਰ ਇਹ ਭਗਵੇਂ ਭੇਸ ਵਾਲੇ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਫਕੀਰੀ ਭੇਸ ਦੇ ਵਿੱਚ ਸੀ, ਮੱਕੇ ਮਦੀਨੇ ਹੋ ਕੇ ਆਏ ਸੀ, ਔਰ ਭਾਈ ਮਰਦਾਨੇ ਦੇ ਨਾਲ ਭਾਈ ਲਾਲੋ ਕਹਿੰਦਾ ਸਾਰਿਆਂ ਨੂੰ ਫੜ ਲਓ, ਬੰਦੀ ਬਣਾ ਲਵੋ। ਹੁਣ ਜਦੋਂ ਸਾਰੇ ਕੈਦੀ ਕਰ ਲਏ ਨੇ, ਜਾ ਕੇ ਅਵਾਨ ਜਾ ਕੇ ਨੇ ਵਿਸ਼ਰਾਮ ਕੀਤਾ, ਡੇਰਾ ਕੀਤਾ। ਸੈਦਪੁਰੇ ਤੋਂ ਅਵਾਨ ਪਹੁੰਚਿਆ ਤਾਂ ਇਹਦੀ ਫੌਜ ਦਾ ਇੱਕ ਦਸਤੂਰ ਹੈ ਕਿ ਇਹਦੀ ਫੌਜ ਦੇ ਲਈ ਜਿਹੜਾ ਅਨਾਜ ਚਾਹੀਦਾ ਉਹ ਕੈਦੀਆਂ ਨੂੰ ਪੀਣਾ ਪੈਂਦਾ ਹੈ। ਕੈਦੀਆਂ ਨੇ ਬੜੇ ਕੰਮ ਕੀਤੇ ਨੇ। ਆ ਸੈਲੂਲਰ ਜੇਲ੍ਹ ਦਾ ਤੁਸੀਂ ਇਤਿਹਾਸ ਪੜ੍ਹਦੇ ਹੋ, ਉੱਥੇ ਕੈਦੀਆਂ ਨੇ ਵਿਚਾਰਿਆਂ ਨੇ ਕੀ ਨਹੀਂ ਕੀਤਾ। ਤੜਫਦੇ ਮਾਰੇ ਜਦ ਮਰ ਜਾਂਦੇ ਸੀ, ਚੱਕ ਕੇ ਉਹਦੇ ਵਿੱਚ ਸੁੱਟ ਦਿੰਦੇ ਸੀ ਸਮੁੰਦਰ ਦੇ ਵਿੱਚ, ਜਿਹਨੂੰ ਕਾਲੇ ਪਾਣੀ ਆਖਿਆ ਜਾਂਦਾ ਹੈ। ਕੈਦੀਆਂ ਨੇ ਚੱਕੀਆਂ ਪੀਹੀਆਂ ਨੇ, ਮੋਢਿਆਂ ਦੇ ਵਿੱਚ ਬੈਲਟਾਂ ਫਸਾ ਕੇ, ਵੱਡੀਆਂ ਚੱਕੀਆਂ ਹੁੰਦੀਆਂ ਸੀ, ਔਰ ਸੈਲੂਲਰ ਜੇਲ੍ਹ ਦੇ ਵਿੱਚ ਨਾਰੀਅਲ ਦਾ ਤੇਲ ਕੱਢਿਆ ਜਾਂਦਾ ਸੀ, ਕੋਲੂ ਚਲਾਉਂਦੇ ਸੀ। ਹੁਣ ਗੁਰੂ ਨਾਨਕ ਪਾਤਸ਼ਾਹ ਦੇ ਅੱਗੇ ਵੀ ਚੱਕੀ ਰੱਖ ਦਿੱਤੀ ਹੈ, ਕੈਦੀਆਂ ਅੱਗੇ ਵੀ ਚੱਕੀਆਂ ਰੱਖ ਦਿੱਤੀਆਂ ਨੇ। ਹੁਣ ਗੁਰੂ ਨਾਨਕ ਪਾਤਸ਼ਾਹ ਮੁਸਕਰਾਉਂਦੇ ਨੇ। ਹੁਣ ਕੈਦ ਦੇ ਵਿੱਚ ਕੋਈ ਮੁਸਕਰਾਉਂਦਾ, ਜਿਤਨੇ ਫੜੇ ਹੋਏ ਕੈਦੀ ਨੇ ਕੁਝ ਬਰਲਾਪ ਕਰਦੇ ਨੇ, ਕੁਝ ਰੋਂਦੇ ਕਰਲਾਉਂਦੇ ਨੇ, ਚਿਹਰੇ ਤੇ ਉਦਾਸੀ ਹੈ, ਪਰ ਗੁਰੂ ਨਾਨਕ ਪਾਤਸ਼ਾਹ ਨਾਦ ਵਜਾ ਰਹੇ ਨੇ, ਉਸ ਮਾਲਕ ਦੀ ਸਿਫਤ ਕਰਨ ਲੱਗੇ ਨੇ, ਝੂਮ ਝੂਮ ਕੇ ਗਾਉਂਦੇ ਨੇ। ਔਰ ਬਾਬਰ ਦੇ ਸਿਪਾਹੀ ਕਹਿੰਦੇ ਮਸਤਾਨਾ ਜੋਗੀ ਹੈ। ਤੁਸੀਂ ਬੜੇ ਗੀਤ ਸੁਣੇ ਹੋਣੇ ਨੇ, ਇੱਕ ਮਸਤਾਨਾ ਜੋਗੀ। ਇਹ ਕੋਈ ਮਸਤਾਨਾ ਜੋਗੀ ਹੈ, ਇਹਨੇ ਸ਼ਰਾਬ ਪੀਤੀ ਹੋਈ ਹੈ, ਇਹ ਝੂਮਦਾ ਨਸ਼ੇ ਦੇ ਵਿੱਚ ਹੈ, ਇਹਨੇ ਕੋਈ ਮਦ ਪੀਤੀ ਹੋਈ ਹੈ, ਔਰ ਨਸ਼ੇ ਦੇ ਵਿੱਚ ਝੂਮਦਾ। ਕਿਉਂ ਨਾ ਜਾ ਕੇ ਬਾਬਰ ਨੂੰ ਦੱਸਾਂ ਕਿ ਜਿਹੜਾ ਕੈਦੀਆਂ ਦੇ ਵਿੱਚ ਇੱਕ ਫਕੀਰ ਹੈ, ਉਹਦੇ ਚਿਹਰੇ ਤੇ ਉਦਾਸੀ ਦਾ ਆਲਮ ਨਹੀਂ, ਉਹਦੇ ਚਿਹਰੇ ਤੇ ਕੋਈ ਖੌਫ ਨਹੀਂ, ਔਰ ਉਹ ਬੰਦੀ ਖਾਨੇ ਦੇ ਵਿੱਚ ਵੀ ਉਹ ਕੈਦੀ ਬਣ ਕੇ ਵੀ ਮੁਸਕਰਾ ਰਿਹਾ ਹੈ, ਔਰ ਕੁਝ ਗੁਣਗੁਣਾਉਂਦਾ ਹੈ, ਕੁਝ ਗਾ ਰਿਹਾ ਹੈ। ਜਾ ਕੇ ਅਹਿਲਕਾਰ ਬਾਬਰ ਨੂੰ ਗੁਰੂ ਨਾਨਕ ਪਾਤਸ਼ਾਹ ਦੇ ਚਿਹਰੇ ਦਾ ਜਲਾ ਦੱਸਦੇ ਨੇ। ਅਮਰਜੀਤ ਸਿੰਘ ਰਪਾਲੋਂ ਦਾ ਢਾਡੀ ਜੱਥਾ ਹੈ, ਇਉਂ ਬਿਆਨ ਕਰਦਾ।
ਅਹਿਲਕਾਰ ਨੇ ਕਰੀ ਬੇਨਤੀ ਬਾਬਰ ਨੂੰ, ਜਾ ਕੇ ਅਹਿਲਕਾਰ ਨੇ ਕਰੀ ਬੇਨਤੀ ਬਾਬਰ ਨੂੰ, ਆਪਣੇ ਕੈਦੀਆਂ ਵਿੱਚ ਕੋਈ ਪੀਰ ਪੈਗੰਬਰ ਆਇਆ, ਆਪਣੇ ਕੈਦੀਆਂ ਵਿੱਚ ਕੋਈ ਪੀਰ ਪੈਗੰਬਰ ਆਇਆ। ਉਹਦਾ ਭੇਖ ਫਕੀਰੀ ਨੂਰ ਝਲਕਦਾ ਮੁਖੜੇ ਤੇ, ਉਹਦਾ ਭੇਖ ਫਕੀਰੀ ਨੂਰ ਝਲਕਦਾ ਮੁਖੜੇ ਤੇ, ਉਹਨੇ ਬਾਣਾ ਵੀ ਗਲ ਹਾਜੀਆਂ ਵਾਲਾ ਪਾਇਆ, ਉਹਨੇ ਬਾਣਾ ਵੀ ਗਲ ਹਾਜੀਆਂ ਵਾਲਾ ਪਾਇਆ। ਸਾਰੇ ਕੈਦੀ ਡਰਦੇ ਰੋਂਦੇ ਤੇ ਕਰ ਲਾਉਂਦੇ ਸੀ, ਉਹਦੇ ਚਿਹਰੇ ਤੇ ਕੋਈ ਖੌਫ ਨਜ਼ਰ ਨਾ ਆਇਆ, ਉਹਦੇ ਚਿਹਰੇ ਤੇ ਕੋਈ ਖੌਫ ਨਜ਼ਰ ਨਾ ਆਇਆ। ਚੱਕੀਆਂ ਧਰੀਆਂ ਆਟਾ ਪੀਸਣ ਨੂੰ, ਸਭੇ ਮੂਹਰੇ ਚਰੀਆਂ ਧਰੀਆਂ ਆਟਾ ਪੀਸਣ ਨੂੰ, ਕੈਦੀਆਂ ਵਾਲਾ ਵੀ ਸੀ ਉਹਨੇ ਫਰਜ਼ ਨਿਭਾਇਆ, ਕੈਦੀਆਂ ਵਾਲਾ ਵੀ ਸੀ ਉਹਨੇ ਫਰਜ਼ ਨਿਭਾਇਆ। ਦੁਖੜੇ ਜੋ ਚੱਲ ਨਾ ਸਕਿਆ ਦੁਖੀਆਂ ਦੇ, ਜਗਦਾ ਸੀ ਦੁਖੜੇ ਜੋ ਚੱਲ ਨਾ ਸਕਿਆ ਦੁਖੀਆਂ ਦੇ, ਉਹਨੇ ਦੇ ਦਲਾਸਾ ਸਭ ਨੂੰ ਚੁੱਪ ਕਰਾਇਆ, ਉਹਨੇ ਦੇ ਦਲਾਸਾ ਸਭ ਨੂੰ ਚੁੱਪ ਕਰਾਇਆ। ਕੈਦੀ ਹੀ ਚੁੱਪ ਹੋ ਗਏ ਸੀ, ਰੋਂਦੇ ਰੋਂਦੇ ਸਾਰੇ, ਹਾਂ ਰੋਂਦੇ ਰੋਂਦੇ ਸਾਰੇ ਕੈਦੀ ਹੀ ਚੁੱਪ ਹੋ ਗਏ ਸੀ, ਬਹਿ ਕੇ ਸਤਨਾਮ ਦਾ ਜਦ ਸੀ ਜਾਪ ਕਰਾਇਆ, ਬਹਿ ਕੇ ਸਤਨਾਮ ਦਾ ਜਦ ਸੀ ਜਾਪ ਕਰਾਇਆ। ਆਪਣੇ ਆਪ ਚੱਲਦੀਆਂ ਚੱਕੀਆਂ ਆਟਾ ਪੀਸਦੀਆਂ, ਆਪਣੇ ਆਪ ਚੱਲਦੀਆਂ ਚੱਕੀਆਂ ਆਟਾ ਪੀਸਦੀਆਂ, ਸਭ ਨੇ ਧਿਆਨ ਜਦੋਂ ਸੀ ਬਲ ਖੁਦਾ ਦੇ ਲਾਇਆ, ਸਭ
ਸਾਹਿਬ ਨੇ ਧਿਆਨ ਜਦੋਂ ਸੀ ਬਲ ਖੁਦਾ ਦੇ ਲਾਇਆ। ਪਿੰਡ ਰਪਾਲ ਵਾਲਿਆ ਸਿਫਤ ਗੁਰਾਂ ਦੀ ਸੁਣ ਕੇ ਤੇ ਚੱਲ ਕੇ ਆਪਸੀ ਬਾਬਰ ਕੈਦੀ ਖਾਨ ਆਇਆ। ਚੱਲ ਕੇ ਆਪਸੀ ਬਾਬਰ ਕੈਦੀ ਖਾਨ ਆਇਆ। ਚੱਲ ਕੇ ਆਪਸੀ ਬਾਬਰ ਕੈਦੀ ਖਾਨ ਆਇਆ। ਹੋ ਚੱਲ ਕੇ ਆਪਸੀ ਬਾਬਰ ਕੈਦੀ ਖਾਨੇ ਆਇਆ। ਜਿਹੜਾ ਦੁਨੀਆ ਜਿੱਤਣ ਨੂੰ ਤੁਰੇ, ਜਿਹੜਾ ਹਿੰਦੁਸਤਾਨ ਦਾ ਮਾਲਕ ਬਣਨਾ ਚਾਹੁੰਦਾ ਹੈ, ਗੁਰੂ ਨਾਨਕ ਪਾਤਸ਼ਾਹ ਦੇ ਦਰਸ਼ਨ ਦਿਦਾਰੇ ਕਰਨ ਦੇ ਲਈ ਆ ਰਿਹਾ। ਆਓ ਮੈਂ ਇੱਕ ਕਵਿਤਾ ਕਹਾ ਕੇ ਖੇਮਾਂ ਦੇ ਜਾਚਕ ਹੋ ਜਾਣਾ ਹੈ, ਕਿਉਂਕਿ ਮੇਰੇ ਅਤੀ ਸਤਿਕਾਰਯੋਗ ਮੇਰਾ ਛੋਟਾ ਵੀਰ ਸਤਨਾਮ ਸਿੰਘ ਜੀ ਚਮਿੰਡਾ, ਪੰਥ ਪ੍ਰਸਿੱਧ ਢਾਡੀ ਜੱਥਾ, ਉਹ ਸਟੇਜ ਉੱਤੇ ਪਹੁੰਚ ਚੁੱਕੇ ਹੈ। ਮੇਰੇ ਤੋਂ ਬਾਅਦ ਉਹਨਾਂ ਨੇ ਆਪ ਗੁਰਸਿੱਖ ਸੰਗਤਾਂ ਦੇ ਦਰਸ਼ਨ ਦਿਦਾਰੇ ਕਰਨੇ ਨੇ, ਗੁਰਸਿੱਖ ਸੰਗਤਾਂ ਨੂੰ ਇਤਿਹਾਸ ਦੇ ਨਾਲ ਨਿਹਾਲ ਕਰਨਾ ਹੈ। ਔਰ ਮੈਂ ਆਪਣੇ ਵਿਚਾਰਾਂ ਨੂੰ ਲੰਬੇਰਾ ਨਾ ਕਰਾਂ, ਔਰ ਮੈਂ ਦੱਸ ਦੇਵਾਂ ਕਿ ਜੋ ਇਹਨਾਂ ਦੇ ਨਾਲ ਸਰੰਗੀ ਮਾਸਟਰ ਨੇ ਜਗਸੀਰ ਸਿੰਘ, ਉਹ ਜੋ ਮੇਰੇ ਨਾਲ ਸਰੰਗੀ ਮਾਸਟਰ ਨੇ ਚਮਕੌਰ ਸਿੰਘ ਜਲਾਲਾਬਾਦੀ, ਦੋਨੇ ਪੁੱਤਰ ਅਰ ਬਾਪ ਦਾ ਰਿਸ਼ਤਾ ਹੈ। ਬੜੀ ਵੱਡੀ ਗੱਲ ਹੈ, ਕਿਉਂਕਿ ਸੰਗੀਤਕ ਵਿਦਿਆਲਿਆ ਦੇ ਵਿੱਚ ਬੈਠੇ ਆ, ਇਹਨਾਂ ਦੇ ਘਰ ਦੇ ਵਿੱਚ ਵੀ ਸੰਗੀਤ ਪੈਦਾ ਹੋਇਆ ਹੈ। ਔਰ ਬਜ਼ੁਰਗ ਇਹ ਪੰਥ ਦੀ ਸੇਵਾ ਕਰਦੇ ਆ ਰਹੇ, ਉਹਨਾਂ ਨੇ ਜਿਵੇਂ ਸਮਾਂ ਲੰਘਾਇਆ, ਸਾਈਕਲਾਂ ਤੇ ਲੰਘਾਇਆ, ਜਿਵੇਂ ਉਹਨਾਂ ਦਾ ਫਲ ਇਹਨਾਂ ਨੂੰ ਪ੍ਰਾਪਤ ਹੁੰਦਾ ਹੈ। ਬਜ਼ੁਰਗਾਂ ਦੀ ਕਮਾਈ ਜਿਵੇਂ ਅੱਜ ਆਪਾਂ ਮਹਾਂਪੁਰਖਾਂ ਦੀ ਕਮਾਈ ਦਾ ਆਨੰਦ ਮਾਣਦੇ ਹਾਂ। ਔਰ ਚਮਕੌਰ ਸਿੰਘ ਜਲਾਲਾਬਾਦੀ, ਜਿਨ੍ਹਾਂ ਨੇ ਮੇਰੇ ਉਸਤਾਦ ਤਰਲੋਚਨ ਸਿੰਘ ਭਮੱਦੀ ਦੇ ਨਾਲ 17 ਸਾਲ ਸੇਵਾ ਨਿਭਾਈ ਹੈ, ਇੰਟਰਨੈਸ਼ਨਲ ਢਾਡੀ ਨੇ। ਔਰ ਸਰੰਗੀ ਵਾਦਕ, ਔਰ ਇਹਨਾਂ ਦਾ ਜਵਾਬ ਨੇ, ਔਰ ਇਹਨਾਂ ਦਾ ਲੜਕਾ ਜਗਸੀਰ ਸਿੰਘ ਅੱਜ ਸਤਨਾਮ ਸਿੰਘ ਚਮਿੰਡਾ ਦੇ ਨਾਲ ਸਰੰਗੀ ਤੇ ਸੇਵਾ ਨਿਭਾ ਰਿਹਾ। ਸੋ ਆਓ ਆਪਾਂ ਗੱਲ ਕਰ ਰਹੇ ਸੀ, ਜਦੋਂ ਬਾਬਰ ਨੂੰ ਇਹ ਗੱਲ ਆਖ ਦਿੱਤੀ ਹੈ ਕਿ ਬਾਬਰ ਉਹ ਤਾਂ ਨਸ਼ੇ ਦੇ ਵਿੱਚ ਝੂਮਦਾ ਹੈ। ਹੁਣ ਇੱਕ ਮਸਤੀ ਹੈ ਜਿਹੜੀ ਕੁਝ ਸਮੇਂ ਬਾਅਦ ਲਹਿ ਜਾਂਦੀ ਹੈ। ਸੰਸਾਰ ਭਰ ਦੇ ਲੋਕ ਨਸ਼ਾ ਕਰਦੇ ਨੇ, ਸਾਧੂ ਲੋਕ ਨਸ਼ਾ ਕਰਦੇ ਨੇ, ਸੁਲਫਾ ਗਾਂਜਾ ਪੀਂਦੇ ਨੇ। ਵੇਖਿਆ ਪ੍ਰਯਾਗ ਜਾ ਕੇ ਟੀਵੀ ਉੱਤੇ ਦੇਖਿਆ ਕਰੋ ਫੋਟੋਆਂ, ਮਸਤ ਰਹਿੰਦੇ ਨੇ। ਪਰ ਉਹ ਮਸਤੀ ਥੋੜੇ ਚਿਰ ਲਈ ਹੈ। ਇੱਕ ਮਸਤੀ ਉਹ ਹੈ ਜਿਹੜੀ ਨਾ ਆਰੇ ਦੇ ਦੰਦਿਆਂ ਥੱਲੇ ਉਤਰਦੀ ਹੈ, ਨਾ ਤੱਤੀ ਤਵੀ ਉੱਤੇ ਉਤਰਦੀ ਹੈ। ਇਹ ਆ ਇੱਕ ਨਸ਼ਾ। ਹੁਣ ਬਾਬਰ ਆ ਕੇ ਪੁੱਛਦਾ ਗੁਰੂ ਨਾਨਕ ਪਾਤਸ਼ਾਹ ਨੂੰ, ਤੂੰ ਕਿਹੜਾ ਨਸ਼ਾ ਕੀਤਾ? ਗੁਰੂ ਨਾਨਕ ਪਾਤਸ਼ਾਹ ਕਹਿੰਦੇ ਇਸ ਨਸ਼ੇ ਨੂੰ ਬਾਹਰ ਲੱਭਣ ਨਹੀਂ ਜਾਣਾ ਪੈਂਦਾ। ਇਹ ਸ਼ਰਾਬ ਅੰਦਰੋਂ ਪੈਦਾ ਹੁੰਦੀ ਹੈ, ਇਹਨੂੰ ਅੰਦਰੋਂ ਬਣਾਉਣਾ ਪੈਂਦਾ ਹੈ। ਇਹ ਦੁਕਾਨਾਂ ਤੇ ਨਹੀਂ ਮਿਲਦੀ, ਇਹ ਬਾਜ਼ਾਰਾਂ ਵਿੱਚ ਨਹੀਂ ਮਿਲਦੀ। ਹੁਣ ਬਾਬਰ ਨੇ ਹੱਥ ਬੰਨ ਕੇ ਬੇਨਤੀ ਕੀਤੀ ਕਿ ਇੱਕ ਜਾਮ ਮੈਨੂੰ ਵੀ ਪਿਲਾ ਦਿਓ। ਦੇਖੋ ਹੁਣ ਗੁਰੂ ਨਾਨਕ ਪਾਤਸ਼ਾਹ ਜਿੱਥੇ ਜਿੱਥੇ ਵੀ ਗਏ ਭਰ ਭਰ ਕੇ ਜਾਮ ਪਿਲਾ ਦਿੱਤੇ। ਜਿੱਥੇ ਇੱਕ ਵਾਰੀ ਪੀ ਕੇ ਉਤਰੇ ਨਾ, ਅੱਜ ਐਸਾ ਕੋਈ ਜਾਮ ਪਿਆ ਸਾਕੀ, ਬੇਹੋਸ਼ੀ ਦੇ ਆਲਮ ਚੋਂ ਕੱਢ ਮੈਨੂੰ, ਮੁੜ ਕੇ ਹੋਸ਼ ਦੇ ਵਿੱਚ ਲਿਆ ਸਾਕੀ। ਛਿੜ ਜੇ ਨਗਮਾ ਪਿਆਰ ਦਾ ਕੋਈ ਐਸੀ ਕੋਈ ਤਾਰ ਹਲਾ ਸਾਕੀ। ਗੁਰੂ ਨਾਨਕ ਪਾਤਸ਼ਾਹ ਦੇ ਨਾਲ ਭਾਈ ਮਰਦਾਨਾ ਜਦ ਸਾਜ਼ ਵਜਾਉਂਦੇ ਸੀ, ਫਿਰ ਰੂਹ ਨੂੰ ਸਕੂਨ ਮਿਲਦਾ ਸੀ। ਇਹੋ ਜਿਹਾ ਨਸ਼ਾ ਮੈਨੂੰ ਵੀ ਪਿਲਾ ਦੇ। ਹੁਣ ਬਾਬਰ ਨੂੰ ਇੱਕ ਨਾਮ ਦਾ ਜਾਮ ਦੇ ਦਿੱਤਾ, ਨਾਮ ਦਾ ਪਿਆਲਾ ਪਿਲਾ ਦਿੱਤਾ। ਹੁਣ ਬਾਬਰ ਅਰਦਾਸ ਬੇਨਤੀ ਕਰਦਾ ਹੈ ਗੁਰੂ ਨਾਨਕ ਪਾਤਸ਼ਾਹ ਕੋ ਵੀ ਮੇਰੇ ਰਾਜ ਭਾਗ ਦਾ ਵੀ ਵਾਧਾ ਹੋਵੇ। ਦੇਖੋ ਐਸ ਦਰ ਉੱਤੇ ਵੱਡੇ ਵੱਡੇ ਰਾਜੇ ਅਰਦਾਸ ਕਰਾਉਂਦੇ ਰਹੇ। ਹਮਾਯੂੰ ਵਰਗੇ ਆ ਕੇ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਕਹਿੰਦੇ ਨੇ ਅਰਦਾਸ ਕਰੋ। ਇਹ ਦਰੇ ਗੁਰੂ ਨਾਨਕ ਪਾਤਸ਼ਾਹ ਦਾ ਐਸਾ, ਪਰ ਲੋਕਾਂ ਨੇ ਅਪਣਾਇਆ, ਅਸੀਂ ਛੱਡਦੇ ਜਾ ਰਹੇ ਹਾਂ। ਲੋਕਾਂ ਨੇ ਅਪਣਾ ਲਿਆ, ਅਸੀਂ ਛੱਡਦੇ ਜਾ ਰਹੇ ਹਾਂ, ਕਿਉਂਕਿ ਸਾਨੂੰ ਹੋਰ ਦਰ ਬੜੇ।
ਕਿੰਨੇ ਦਰ ਨੇ ਹੋਰ, ਭਟਕਣ ਦੇ ਲਈ ਰਾਹ ਬਥੇਰੇ ਨੇ, ਮੰਜ਼ਿਲ ਲਈ ਇੱਕੋ ਹੀ ਹੈ। ਫਿਰ ਜਦ ਭਟਕਣਾ 'ਚ ਫਸ ਜਾਵੇ ਰਾਹ ਕੌਣ ਦੱਸਦਾ? ਗੁਰੂ ਦੱਸ ਦਿੰਦਾ ਵੀ ਬਾਹ ਫੜ ਕੇ ਆ ਜਾ, ਤੈਨੂੰ ਰਾਹ ਦਿਖਾਵਾਂ, ਅਸਲੀ ਮਾਰਗ ਆ ਜਾਂਦਾ ਹੈ। ਭਟਕਣ ਲਈ ਰਾਹ ਬੜੇ ਨੇ। ਆਓ ਸਮਾਂ ਪਲ ਪਲ ਕਰਕੇ ਬੀਤਦਾ ਜਾ ਰਿਹਾ ਹੈ। ਬਾਬਰ ਨੂੰ ਆ ਗਿਆ ਸੁਨੇਹਾ, ਸ਼ਾਹ ਬੇਗ ਨੇ ਕੰਧਾਰ ਉੱਤੇ ਹਮਲਾ ਕਰ ਦਿੱਤਾ ਹੈ। ਬਾਬਰ ਆਪਣੀਆਂ ਫੌਜਾਂ ਲੈ ਕੇ ਵਾਪਸ ਗਿਆ। ਗੁਰੂ ਨਾਨਕ ਪਾਤਸ਼ਾਹ ਨੇ ਦੁਖੀਆਂ ਦਾ ਦਰਦ ਵੰਡਾਉਣਾ ਸੀ। ਚੱਲ ਕੇ ਸੈਦਪੁਰੇ ਆਏ ਨੇ। ਕੀ ਵੇਖਿਆ? ਹਮਲਾ ਕੋਈ ਭਿਆਨਕ ਹਮਲਾ ਨਹੀਂ ਸੀ, ਆਮ ਹਮਲਾ ਨਹੀਂ ਸੀ, ਇੱਕ ਆਫਤ ਸੀ। ਕਿਹੋ ਜੀ ਆਫਤ? ਜਿਵੇਂ ਹੁਣ ਤੁਸੀਂ ਵੇਖਦੇ ਹੋ ਬੜੇ ਲੋਕ ਪਾਣੀ ਦੇ ਵਿੱਚ ਡੁੱਬੇ ਹੋਏ ਨੇ, ਹੁਣ ਆਵੇ ਕੋਈ ਦੁਖੀਆਂ ਦਾ ਦਰਦੀ। ਹੁਣ ਨਿਰਭੈਤਾ ਦੇ ਮਾਲਕ ਨਿਰਭੈ ਹੋ ਕੇ ਬਾਬਰ ਨੂੰ ਬੋਲ ਸਕਦੇ ਨੇ। ਦੁਖੀਆਂ ਦਾ ਦਰਦ ਜਰ ਨਾ ਸਕੇ। ਔਰ ਭਾਈ ਲਾਲੋ ਦੇ ਨਾਲ ਭਾਈ ਮਰਦਾਨਾ ਸੈਦਪੁਰੇ ਦੀ ਧਰਤੀ ਉੱਤੇ ਜਿਵੇਂ ਬਾਬਰ ਨੂੰ ਖਰੀਆਂ ਸੁਣਾਈਆਂ, ਹੁਣ ਅਕਾਲ ਪੁਰਖ ਨਾਲ ਬਿਰਤੀ ਲੱਗ ਗਈ ਹੈ। ਔਰ ਇਹ ਖੂਨੀ ਮੰਜ਼ਰ ਤੱਕਿਆ, ਧੀਆਂ ਭੈਣਾਂ ਦੀ ਬੇਪਤੀ ਤੱਕੀ ਹੈ। ਔਰ ਸੈਦਪੁਰੇ ਦੀ ਧਰਤੀ ਉੱਤੇ ਪੈਰਾਂ ਨਾਲ ਲਹੂ ਚਿਪ ਚਿਪ ਕਰ ਰਿਹਾ। ਫਿਰ ਗੁਰੂ ਨਾਨਕ ਪਾਤਸ਼ਾਹ ਤੋਂ ਰਿਹਾ ਨਾ ਗਿਆ। ਖੁਰਾਸਾਨ ਖਸਮਾਨਾ ਕੀਆ, ਹਿੰਦੁਸਤਾਨ ਡਰਾਇਆ। ਆਪੇ ਦੋਸ਼ ਨਾ ਦੇਈ ਕਰਤਾ, ਜਮ ਕਰ ਮੁਗਲ ਚੜਾਇਆ। एती मार पई करलाना तै की दर्द ना आया, करता तू सबना का सोई। ए मेरे मालका मैं तेरे दर ते अरदास करदा, जे सकता सकते को मारे ता मन रोस ना होई। रहाओ दी पंक्ति दे के गुरु नानक पातशाह उस अकाल पुरख नूं एक अलांबा देण लगे ने। ढाडी जत्था मेरे साथी रणजोत सिंह जी रीना रपालों और हरभजन सिंह जी अणखी बलाला, चमकौर सिंह जी प्रसिद्ध सरंगी वादक जलालाबादी आखिरी लेना गा के हे क्यों बयान कर दो। दर्द ना आया साहिबा, तैं की दर्द ना आया। भूमि बिच सूरमा नाल सूरमे लड़दा, ओ बेशक होली खून दी खेडण दा मन रोस ना करदा। ओ बेशक होली खून दी खेडण दा मन रोस ना करदा।
शेर पग्गा नूं पै तां जावे मालिक फर्ज निभाया ओ तैं की दर्द ना आया साहिबा तैं की दर्द ना आया मांग संधूर सजाए बई ओना दे सिर मुन्ने गए क्यों धूड़ गले विच पाए ओए ओना दे सिर मुन्ने गए क्यों धूड़ गले विच पाए हाँ रंगले महली रहिंदियां नूं गया पैरा हेठ रुलाया की दर्द ना आया साहिबा तैं की दर्द ना आया ओ तैं की दर्द ना आया साहिबा तैं की दर्द ना आया हथे मारे वो भैन पाउंदियां मावां दे तुर गए मासूम बेचारे वो भैन पाउंदियां मावां दे तुर गए मासूम बेचारे कुछड़ चुके बच्चियां नूं वी छड़ चुके बच्चियां नूं भी खूह दे विच नहाया ओ तैं की दर्द ना आया साहिबा तैं की दर्द ना आया लिखदी कलम ने हंजू केरे ओ लिखदा है गुरदीप रपालो होए ने जुल्म बथेरे ओ लिखदा है गुरदीप रपालो होए ने जुल्म बथेरे साका गाउंदे ढाडियां ने भी गाउंदे ढाडियां ने भी नैनो नीर बहाया ओ तैं की दर्द ना आया साहिबा तैं की दर्द ना आया ओ तैं की दर्द ना आया साहिबा तैं की दर्द ना आया
ਤੈਂ ਕੀ ਦਰਦ ਨ ਆਇਆ ਸਹਿਬਾ, ਤੈਂ ਕੀ ਦਰਦ ਨ ਆਇਆ। ਆਓ ਮੈਂ ਆਪਣੇ ਸਮੇਂ ਤੋਂ ਇੱਕ ਅੱਧਾ ਮਿੰਟ ਉੱਪਰ ਲੰਘ ਗਿਆ, ਇਸ ਗੱਲ ਦੀ ਮਾਫੀ ਚਾਹੁੰਦਾ। ਔਰ ਜਿਤਨੀਆਂ ਵੀ ਗੁਰਸਿੱਖ ਸੰਗਤਾਂ ਦਰਬਾਰ ਦੀ ਹਾਜ਼ਰੀ ਭਰ ਰਹੀਆਂ ਨੇ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਮਹਾਂਪੁਰਸ਼ਾਂ ਦਾ ਧੰਨਵਾਦ। ਆਓ ਕਦੇ ਫਿਰ ਸਮਾਂ ਮਿਲਿਆ ਫਿਰ ਹਾਜ਼ਰੀ ਭਰਾਂਗੇ। ਕਈ ਵਾਰੀ ਉਰੇ ਪਰੇ ਜਾਣਾ ਪੈ ਜਾਂਦਾ, ਪਿਛਲੇ ਸਾਲ ਹਾਜ਼ਰੀ ਨਹੀਂ ਭਰ ਹੋਈ, ਜੱਥਾ ਬਾਹਰ ਗਿਆ ਹੋਇਆ ਸੀ, 2 ਸਾਲ ਬਾਅਦ ਹਾਜ਼ਰੀ ਭਰਨ ਲੱਗਿਆ। ਜਦੋਂ ਫਿਰ ਕਦੇ ਸਮਾਂ ਮਿਲਿਆ ਆਪ ਜੀ ਦੇ ਗੁਰਸਿੱਖ ਸੰਗਤਾਂ ਦੇ ਜੋੜੇ ਜੱਥਾ ਝਾੜਦਾ ਰਹਿੰਦਾ ਹੈ। ਸੋ ਆਓ ਇਤਨੀਆਂ ਵਿਚਾਰਾਂ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਦਿਓ, ਆਗਿਆ ਬੁਲਾਓ ਫਤਿਹ, ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।